ਵੀਰਪਾਨ ਦੀ ਅਗਵਾਈ ਹੇਠ ਬਰਾਤ ਤੁਰੀ ਗਈ। ਘਰ ਨੂੰ ਮੁੜਦੀ ਹੋਈ ਬਰਾਤ ਕਾਹਲੀ ਕਾਹਲੀ ਪੈਰ ਪੁੱਟ ਰਹੀ ਸੀ। 7 ਕੁ ਮੀਲ ਦੂਰ ਬਰਾਤ ਆ ਗਈ। ਕਿਸੇ ਖਤਰੇ ਦਾ ਸਾਹਮਣਾ ਨਾ ਕਰਨਾ ਪਿਆ। 8ਵੇਂ ਮੀਲ 'ਤੇ ਜਦ ਆਏ ਤਾਂ ਰਾਹ ਬੜਾ ਬਿਖੜਾ ਅਤੇ ਉਜਾੜ ਆ ਗਿਆ। ਇੱਕ ਪਾਸੇ ਜੰਗਲ ਸੀ, ਦੂਸਰੇ ਪਾਸੇ ਉੱਚੀ ਪਹਾੜੀ ਅਤੇ ਤੀਸਰੇ ਪਾਸੇ ਡੂੰਘੀਆਂ ਹਨੇਰੀਆਂ ਖੱਡਾਂ। ਰਾਹ ਦੇ ਉਸ ਹਿੱਸੇ ਦਾ ਨਾਂ ਮੌਤ ਦਾ ਪੜਾਅ ਰੱਖਿਆ ਹੋਇਆ ਸੀ। 15 ਕੁ ਫੁੱਟ ਚੌੜਾ ਉਹ ਰਾਹ ਸੀ, ਜਿਸ ਵਿੱਚ ਉਗੜੇ ਦੁਗੜੇ ਪੱਥਰ ਪਏ ਹੋਏ ਸਨ। ਹੌਲੀ ਹੌਲੀ ਤੁਰਨਾ ਪੈਂਦਾ ਸੀ। ਉਸ ਹਿੱਸੇ ਵਿੱਚੋਂ ਇੱਕ ਗੜੀ ਹਬੀਬੁੱਲਾ ਨੂੰ ਜਾਂਦੀ ਸੀ। ਗੜੀ ਹਬੀਬੁੱਲਾ ਦਾ ਮਾਲਕ ਅੱਲਾ ਦਿੱਤਾ ਵੱਡਾ ਰਾਹਮਾਰ ਸੀ। ਉਸਨੇ ਕੁਝ ਆਦਮੀ ਰੱਖੇ ਹੋਏ ਸਨ ਜੋ ਮੌਤ ਨਾਲ ਖੇਡਣ ਨੂੰ ਸਦਾ ਤਿਆਰ ਰਹਿੰਦੇ ਸਨ। ਹੈਂ ਡਾਕੂ? ਵੀਰਪਾਨ ਨੇ ਆਪਣੇ ਸੱਜੇ ਪਾਸੇ ਦੇਖ ਕੇ ਆਖਿਆ। ਉਸ ਦਾ ਸਰੀਰ ਕੰਬ ਗਿਆ ਅਤੇ ਦਿਲ ਧੜਕਣ ਲੱਗਾ। ਉਹ ਡਰ ਨਾਲ ਐਸਾ ਠਠੰਬਰਿਆ ਕਿ ਦੂਸਰੀ ਵਾਰ ਉਸਦੀ ਜ਼ਬਾਨੋਂ ਡਾਕੂ ਵੀ ਨਾ ਨਿਕਲ ਸਕਿਆ। ਇੰਨੇ ਨੂੰ ਤੋੜੇਦਾਰ ਬੰਦੂਕਾਂ ਦੇ ਚੱਲਣ ਦੀ ਆਵਾਜ਼ ਆਈ। ਉਸ ਆਵਾਜ਼ ਦੇ ਨਾਲ ਹੀ 8 ਕੁ ਦਿਊਆਂ ਵਰਗੇ ਪਠਾਨ ਹੱਥ ਵਿੱਚ ਨੰਗੀਆਂ ਤਲਵਾਰਾਂ ਲਈ ਗੋਲੀ ਵਾਂਗ ਹੇਠਾਂ ਨੂੰ ਰਿੜੇ। ਉਹ ਪਸ਼ਤੋ ਬੋਲੀ ਵਿੱਚ ਲਲਕਾਰੇ ਮਾਰਦੇ ਬਰਾਤੀਆਂ ਨੂੰ ਗਾਲਾਂ ਕੱਢਦੇ ਭੱਜੇ ਆਉਂਦੇ ਸਨ। ਵੀਰਪਾਨ ਤਾਂ ਬੌਂਦਲ ਕੇ ਆਪਣੇ ਪੁੱਤਰ ਭੀਮ ਸੈਨ ਦੇ ਗਲ ਜਾ ਚਿੰਬੜਿਆ। ਦੂਸਰੇ ਬਰਾਤੀਆਂ ਦਾ ਲਹੂ ਵੀ ਠੰਡਾ ਹੋ ਗਿਆ। ਲੱਤਾਂ ਕੰਬਣ ਲੱਗੀਆਂ। ਕਈਆਂ ਦੇ ਹੱਥਾਂ ਵਿੱਚੋਂ ਡਾਂਗਾਂ ਡਿੱਗ ਪਈਆਂ। 6 ਗੱਭਰੂਆਂ ਨੇ ਦਿਲ ਕੱਢਿਆ। ਉਹਨਾਂ ਵੀ ਪਸ਼ਤੋ ਵਿੱਚ ਲਲਕਾਰਾ ਮਾਰਿਆ ਅਤੇ ਤਲਵਾਰਾਂ ਨੂੰ ਸੂਤਿਆ। ਬਾਕੀ ਬੋਦੀਆਂ ਫੜ ਕੇ ਬੈਠ ਗਏ, ਕਿਉਂਕਿ ਬੋਦੀ ਫੜ ਕੇ ਬੈਠਣ ਦਾ ਮਤਲਬ ਹੁੰਦਾ ਸੀ ਕਿ ਉਹ ਹਾਰੇ ਅਤੇ ਜੀਵਨਦਾਨ ਮੰਗਦੇ ਹਨ। ਉਹਨਾਂ ਨੂੰ ਮਾਰਿਆ ਨਾ ਜਾਵੇ। ਕਹਾਰਾਂ ਨੇ ਡੋਲੀ ਹੇਠਾਂ ਰੱਖ ਦਿੱਤੀ। ਖੋਤਿਆਂ ਵਾਲਾ ਪਠਾਨ ਹੇਠਾਂ ਖੱਡ ਵਿੱਚ ਉਤਰ ਗਿਆ। ਉਸਨੇ ਖੋਤਿਆਂ ਦੀ ਵੀ ਪਰਵਾਹ ਨਾ ਕੀਤੀ। ਕਹਾਰ ਵੀ ਡੋਲੀ ਕੋਲ ਬੋਦੀਆਂ ਫੜ ਕੇ ਬੈਠ ਗਏ। ਡਾਕੂ ਰਾਹ ਵਿੱਚ ਆ ਗਏ। ਲੜਾਈ ਹੋਣ ਲੱਗੀ। 5 ਮਿੰਟਾਂ ਵਿੱਚ ਲੜਾਈ ਮੁੱਕ ਵੀ ਗਈ। 3 ਹਿੰਦੂ ਗੱਭਰੂ ਮਰ ਗਏ। 2 ਫੱਟੜ ਹੋ ਗਏ। ਬਾਕੀਆਂ ਦੇ ਹੱਥ ਪਹਿਲਾਂ ਕੰਬ ਰਹੇ ਸਨ। ਇੱਕ ਪਠਾਨ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ। ਡਾਕੂਆਂ ਨੇ ਭੀਮ ਸੈਨ ਨੂੰ ਫੜ ਲਿਆ। ਦਾਜ ਵਾਲੇ ਖੋਤਿਆਂ ਨੂੰ ਘੇਰ ਲਿਆ। ਡੋਲੀ ਦੇ ਉਦਾਲੇ ਹੋ ਖਲੋਤੇ। ਨੰਗੀਆਂ ਤਲਵਾਰਾਂ ਦੀ ਚਮਕ ਨਾਲ ਬਰਾਤੀਆਂ ਨੂੰ ਡਰਾ ਕੇ ਤਿੰਨਾਂ ਡਾਕੂਆਂ ਨੇ ਸਭ ਦੀਆਂ ਤਲਾਸ਼ੀਆਂ ਲਈਆਂ। ਨਗਦੀ, ਚੰਗਾ ਕੱਪੜਾ ਅਤੇ ਸੋਨੇ ਚਾਂਦੀ ਦੀ ਟੂਮ ਸਭ ਖੋਹ ਲਿਆ। ਬਰਾਤੀਆਂ ਦੀ ਤਲਾਸ਼ੀ ਪਿੱਛੋਂ ਡੋਲੀ ਦੇ ਕੋਲ ਖਲੋ ਕੇ ਪਸ਼ਤੋ ਵਿੱਚ ਆਪਣੇ ਡਾਕੂ ਸਾਥੀ ਨੂੰ ਕਹਿਣ ਲੱਗਾ, ਲਾੜੇ ਨੂੰ ਮਾਰ ਦੇਈਏ। ਵੀਰਪਾਨ ਨੇ ਜਦੋਂ ਇਹ ਬੋਲ ਸੁਣਿਆ ਤਾਂ ਉਹਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਉਸਨੇ ਹੱਥ ਜੋੜ ਕੇ ਉਹਨਾਂ ਡਾਕੂਆਂ ਅੱਗੇ ਤਰਲਾ ਕੀਤਾ, ਉਹ ਦੁਹਾਈ ਖੁਦਾ ਦੀ, ਮੇਰੇ ਪੁੱਤਰ ਨੂੰ ਕੁਝ ਨਾ ਆਖੋ, ਇਸ ਦੀ ਜਾਨ ਬਖਸ਼ੀ ਕਰੋ। ਸਾਰੀ ਨਗਦੀ, ਗਹਿਣੇ, ਕੱਪੜੇ ਅਤੇ ਭਾਂਡੇ ਲੈ ਜਾਓ। ਅਸੀਂ ਕਿਤੇ ਦਾਦ ਫਰਿਆਦ ਨਹੀਂ ਕਰਦੇ, ਪਰ ਮੇਰੇ ਪੁੱਤਰ ਨੂੰ ਕੁਝ ਨਾ ਆਖੋ। ਇਹੋ ਮੇਰੇ ਜੀਵਨ ਦੀ ਪੂੰਜੀ ਹੈ। ਡਾਕੂ ਲਾਲ ਪੀਲਾ ਹੋ ਕੇ ਵੀਰਪਾਨ ਵੱਲ ਵਧਿਆ ਅਤੇ ਉਸਨੂੰ ਚਪੇੜ ਮਾਰ ਕੇ ਆਖਣ ਲੱਗਾ, ਕਾਫਰ, ਚੁੱਪ ਰਹੋ। ਜੋ ਸਾਡਾ ਜੀਅ ਕਰੇਗਾ ਸੋ ਕਰਾਂਗੇ। ਤੇਰੇ ਪੁੱਤਰ ਨੂੰ ਮਾਰਨਾ ਹੀ ਚੰਗਾ ਹੈ। ਵੀਰਪਾਨ ਮਾੜਾ ਸੀ। ਇਹ ਚਪੇੜ ਨਾਲ ਹੀ ਬੌਂਦਲ ਕੇ ਧਰਤੀ ਉੱਤੇ ਬੈਠ ਗਿਆ। ਉਹਦੀਆਂ ਅੱਖਾਂ ਅੱਗੇ ਭੰਬਰ ਕੇ ਤਾਰੇ ਆ ਗਏ। ਭੀਮ ਸੈਨ, ਜਿਸ ਦਾ ਨਾਂ ਰੱਖ ਕੇ ਹੀ ਮਾਂ ਨੂੰ ਗਵਾਇਆ ਸੀ, ਨਾਂ ਤੇ ਉਸ ਬਹਾਦਰ ਦਾ ਰੱਖਿਆ ਜਿਸ ਕੋਲੋਂ ਧਰਤ ਕੰਬਦੀ ਸੀ, ਜਿਸਨੇ ਪਾਪੀ ਕੌਰਵਾਂ ਦਾ ਨਾਸ ਕੀਤਾ ਸੀ। ਪਰ ਵੀਰਪਾਨ ਦਾ ਭੀਮ ਸੈਨ ਭੇਡ ਦੇ ਦਿਲ ਵਾਲਾ ਸੀ। ਉਹ ਐਸਾ ਘਬਰਾਇਆ ਕਿ ਜ਼ਬਾਨੋਂ ਕੋਈ ਗੱਲ ਵੀ ਨਾ ਕਰ ਸਕਿਆ। ਉਸਦੇ ਹੱਥਲੀ ਸ਼ਗਨਾਂ ਦੀ ਤਲਵਾਰ, ਜਿਸ ਨੂੰ ਫੜ ਕੇ ਲਾਵਾਂ ਲਈਆਂ ਅਤੇ ਸ਼ਰਨੀ ਦੀ ਇੱਜ਼ਤ ਤੇ ਜਾਨ ਦੀ ਰਾਖੀ ਕਰਨ ਦਾ ਪ੍ਰਣ ਕੀਤਾ ਸੀ, ਜਿਵੇਂ ਬਿਜਲੀ ਪਈ ਸੀ। ਉਸਦਾ ਸਾਰਾ ਤਨ ਇੰਝ ਕੰਬੀ ਜਾਂਦਾ ਸੀ ਜਿਵੇਂ ਬਿਜਲੀ ਦੇ ਕਰੰਟ ਨਾਲ ਕੋਈ ਚੀਜ਼ ਥਰਥਰਾਉਂਦੀ ਹੈ। ਡਰ ਨੇ ਉਸਦੀ ਐਸੀ ਸੁਰਤ ਮਾਰੀ ਸੀ। ਉਸਨੂੰ ਇਹ ਵੀ ਖਿਆਲ ਨਾ ਰਿਹਾ ਕਿ ਉਸਨੇ ਆਪਣੀ ਸਜ ਵਿਆਹੀ ਲਾੜੀ ਦੀ ਰਾਖੀ ਕਰਨੀ ਹੈ। ਡਾਕੂਆਂ ਨੇ ਆਪੋ ਵਿੱਚ ਦੀ ਪਸ਼ਤੋ ਮਾਰ ਕੇ ਫੈਸਲਾ ਕੀਤਾ, ਜੁੱਤੀਆਂ ਮਾਰ ਮਾਰ ਕੇ ਸਾਰੇ ਬਰਾਤੀਆਂ ਨੂੰ ਅੱਗੇ ਤੋਰ ਦਿਓ। ਡੋਲੀ, ਲਾੜਾ ਅਤੇ ਸਮਾਨ ਡੱਕ ਲਵੋ। 2 ਜਣੇ ਅਗਲੇ ਪਾਸਿਓਂ ਸ਼ੁਰੂ ਕਰਨ ਅਤੇ ਜਿਸ ਨੂੰ ਜੁੱਤੀਆਂ ਲਾਉਣ ਉਸਨੂੰ ਅੱਗੇ ਤੋਰੀ ਜਾਣ। ਉਹਨਾਂ ਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ। ਹਰ ਇੱਕ ਨੂੰ 5-5 ਜੁੱਤੀਆਂ ਸਿਰ ਵਿੱਚ ਮਾਰ ਕੇ ਆਖਣ, ਨੱਸ ਜਾ, ਪਿੱਛੇ ਮੁੜ ਕੇ ਨਾ ਦੇਖੀ। ਜੇ ਪਿੱਛੇ ਮੁੜ ਕੇ ਦੇਖਿਆ ਤਾਂ ਜਾਨੋਂ ਮਾਰ ਦਿਆਂਗੇ। ਬਿਨਾਂ ਚੀਕ ਮਾਰੇ ਅਤੇ ਅੱਥਰੂ ਕੇਰੇ ਦੇ ਬਹਾਦਰ ਮੱਲ, ਤੇਜੂ ਰਾਮ, ਨਿੱਕੂ ਸ਼ਾਹ, ਕਰੋੜੀ ਰਾਮ, ਛੋਟੂ ਰਾਮ, ਦੇਵੀਦਾਸ, ਬੂਆ ਚੰਦ ਹੁਰੀਂ ਅੱਗੇ ਨੂੰ ਨੱਸਣ ਲੱਗੇ। ਨਿੱਕੇ ਨਿੱਕੇ ਕਦਮ ਪੁੱਟਦੇ ਉਹ ਗੋਲੀ ਵਾਂਗ ਨੱਸੇ ਗਏ। ਕਿਸੇ ਨੇ ਪਿੱਛੇ ਭੌਂ ਕੇ ਵੀ ਨਹੀਂ ਦੇਖਿਆ। ਜਾਨ ਬਚੀ ਲੱਖੋਂ ਪਾਏ ਦਾ ਵਾਕ ਬੁੱਲਾਂ ਤੋਂ ਉਚਾਰੀ ਜਾਂਦੇ ਸਨ। ਜਿਸ ਡੋਲੀ ਦੀ ਰਾਖੀ ਕਰਨ ਵਾਸਤੇ ਘਰੋਂ ਆਏ ਸੀ, ਉਸਦਾ ਚੇਤਾ ਹੀ ਨਾ ਰਿਹਾ। ਠੀਕ ਹੈ, ਬਗਾਨੀ ਮੌਤ ਕੌਣ ਮਰਦਾ? ਹਰ ਇੱਕ ਨੂੰ ਜਾਨ ਪਿਆਰੀ ਹੈ। ਹੋਰ ਸਾਰੇ ਤੋਰ ਦਿੱਤੇ। 4 ਕਹਾਰ, ਵੀਰਪਾਨ, ਭੀਮ ਸੈਨ, ਸ਼ਰਨੀ ਅਤੇ ਉਸਦੇ ਨਾਲ ਆਈ ਹੋਈ ਲਾਗਣ ਪਿੱਛੇ ਰਹਿ ਗਏ।
ਡਾਕੂਆਂ ਨੇ ਕਹਾਰਾਂ ਨੂੰ ਕਿਹਾ, ਤੁਸੀਂ ਵੀ ਪਿੱਛੇ ਨੂੰ ਮੁੜ ਜਾਓ, ਡੋਲੀ ਇੱਥੇ ਰਹੇਗੀ। ਉਹ ਵੀ ਚੁੱਪਚਾਪ ਤੁਰ ਗਏ। ਉਹਨਾਂ ਵੀ 5-5 ਜੁੱਤੀਆਂ ਸਿਰ ਵਿੱਚ ਖਾ ਲਈਆਂ। ਜੁੱਤੀਆਂ ਖਾ ਕੇ ਸਿਰ ਝਾੜਨ ਦਾ ਵੀ ਚੇਤਾ ਨਾ ਰਿਹਾ। ਇੱਕ ਡਾਕੂ ਨੇ ਵੀਰਪਾਨ ਨੂੰ ਆਖਿਆ, ਕਿਉਂ ਏ ਬੁੱਢਿਆ, ਦੱਸ ਤੇਰੇ ਡੱਕਰੇ ਕਰੀਏ ਤੇ ਖੱਡ ਵਿੱਚ ਸੁੱਟ ਦੇਈਏ। ਮੈਂ ਕੀ ਗਵਾਇਆ ਏ, ਮੈਨੂੰ ਕਿਉਂ ਮਾਰਦੇ ਜੇ। ਮੈਨੂੰ ਤੇ ਮੇਰੇ ਪੁੱਤਰ ਨੂੰ ਕੁਝ ਨਾ ਕਹੋ, ਧਨ ਸਾਰਾ ਲੈ ਲਵੋ, ਮੇਰੀ ਨੂੰਹ ਮੈਨੂੰ ਦੇ ਦਿਓ। ਵੀਰਪਾਨ ਦਾ ਇਹ ਤਰਲਾ ਸੁਣ ਕੇ ਡਾਕੂ ਹੱਸ ਪਏ। ਇੱਕ ਹੱਸਦਾ ਹੋਇਆ ਬੋਲਿਆ, ਤੂੰ ਆਪਣੀ ਜਾਨ ਦੀ ਸੁੱਖ ਮੰਗ, ਨੂੰਹ ਭਾਲਦਾ ਮੂਰਖ, ਸ਼ੇਰ ਦੀਆਂ ਦਾੜਾਂ ਵਿੱਚੋਂ ਮਾਸ ਦੀ ਆਸ। ਅੱਛਾ ਮੇਰਾ ਪੁੱਤਰ ਭੀਮਸੈਨ, ਇਸਨੂੰ ਕੁਝ ਨਾ ਆਖਿਓ, ਮੈਂ ਤਰਲਾ ਕਰਦਾ, ਮੇਰਾ ਇੱਕੋ ਇੱਕ ਪੁੱਤਰ ਹੈ, ਮੈਂ ਮਰ ਜਾਵਾਂਗਾ, ਇਹਨੂੰ ਜਾਣ ਦਿਓ। ਇਹ ਪੁੱਛੇ ਮੁੜ ਕੇ ਨਹੀਂ ਦੇਖਦਾ, ਜਾਣ ਦਿਓ। ਵੀਰਪਾਨ ਦਾ ਤਰਲਾ ਸੀ। ਇਸ ਨੂੰ ਨਹੀਂ ਛੱਡਾਂਗੇ, ਖੱਡ ਵਿੱਚ ਸੁੱਟਾਂਗੇ, ਇੱਕ ਡਾਕੂ ਨੇ ਆਖਿਆ। ਨਾਲ ਹੀ ਉਸਨੇ ਭੀਮਸੈਨ ਨੂੰ ਇੱਕ ਨਹੀਂ ਸਗੋਂ 3-4 ਚਪੇੜਾਂ ਛੱਡੀਆਂ। ਚਪੇੜਾਂ ਨਾਲ ਉਹ ਬੌਂਦਲ ਗਿਆ। ਉਸਨੂੰ ਧਰਤੀ ਭੌਂਦੀ ਨਜ਼ਰ ਆਉਣ ਲੱਗੀ। ਉਹ ਤਾਂ ਪਹਿਲਾਂ ਹੀ ਇਹ ਸੋਚਦਾ ਸੀ ਕਿ ਵਹੁਟੀ ਭਾਵੇਂ ਰਹਿ ਜਾਏ ਪਰ ਉਸਦੀ ਜਾਨ ਬਚ ਜਾਵੇ। ਜੇ ਜਾਨ ਹੈ ਤਾਂ ਜਹਾਨ ਹੈ, ਜੇ ਜਾਨ ਹੈ ਤਾਂ ਵਹੁਟੀਆਂ ਦਾ ਘਾਟਾ ਨਹੀਂ। ਡਾਕੂ ਇੱਕ ਪਲ ਪਿੱਛੋਂ ਦਲੀਲਾਂ ਤੇ ਪੈਂਤੜੇ ਬਦਲਦੇ ਸਨ। ਉਹਨਾਂ ਨੇ ਸਲਾਹ ਕੀਤੀ ਹੋਈ ਸੀ ਵੀਰਪਾਨ ਤੇ ਭੀਮਸੈਨ ਨੂੰ ਜਾਨੋਂ ਮਾਰ ਦੇਣ ਦੀ, ਪਰ ਪਤਾ ਨਹੀਂ ਉਹਨਾਂ ਵਿੱਚੋਂ ਇੱਕ ਦੇ ਕੀ ਦਿਲ ਆਈ। ਉਸਨੇ ਪਸ਼ਤੋ ਵਿੱਚ ਆਖਿਆ, ਦਫਾ ਕਰੋ, ਇਹਨਾਂ ਕਰਾੜਾਂ ਨੂੰ ਮਾਰ ਕੇ ਕੀ ਹੱਥ ਆਵੇਗਾ। ਪਰੀਆਂ ਜਿਹੀਆਂ ਨਾਰਾਂ ਮਿਲ ਗਈਆਂ ਹਨ, ਕਰਾੜਾਂ ਨੂੰ ਮਾਰੋ ਜੁੱਤੀਆਂ ਤੇ ਛੱਡ ਦਿਓ। ਇੱਕ ਦੀ ਸਲਾਹ ਨੂੰ ਦੂਸਰਿਆਂ ਨੇ ਪ੍ਰਵਾਨ ਕਰ ਲਿਆ। ਉਸ ਵੇਲੇ ਹੀ 2 ਡਾਕੂਆਂ ਨੇ ਵੀਰਪਾਨ ਤੇ ਭੀਮਸੈਨ ਦੇ ਸਿਰ ਵਿੱਚ 10-10 ਛਿੱਤਰ ਮਾਰ ਦਿੱਤੇ। ਉਹ ਰੋਂਦੇ ਪਿੱਟਦੇ ਉੱਧਰ ਹੀ ਨੱਸ ਉੱਠੇ ਜਿੱਧਰ ਉਹਨਾਂ ਦੇ ਸਾਥੀ ਗਏ ਸਨ। ਸ਼ਰਨੀ ਤੇ ਉਸਦੀ ਰਾਖੀ ਵੀਰੋ, ਇਹਨਾਂ ਦੋਹਾਂ ਇਸਤਰੀਆਂ ਨਾਲ ਕੀ ਬੀਤੀ। ਵੀਰੋ 30 ਕੁ ਸਾਲ ਦੀ ਵਿਆਹੀ ਹੋਈ ਇਸਤਰੀ। ਉਸਨੂੰ ਘੇਰਾਂ ਪੈਂਦੀਆਂ ਸਨ ਕਿ ਇਹ ਵਹਿਸ਼ੀ ਜੇ ਜਾਨੋਂ ਨਾ ਮਾਰਨ ਤਾਂ ਇਸਤਰੀ ਧਰਮ ਜ਼ਰੂਰ ਲੁੱਟਣਗੇ। ਧਰਮ ਲੁਟਾਉਣ ਨਾਲੋਂ ਮਰਨਾ ਚੰਗਾ ਹੈ। ਕਹੀ ਚੰਦਰੀ ਘੜੀ ਘਰੋਂ ਪੈਰ ਪੁੱਟਿਆ। ਜਿੰਨਾ ਚਿਰ ਲੜਾਈ ਝਗੜਾ ਤੇ ਮਾਰ ਕੁਟਾਈ ਹੁੰਦੀ ਰਹੀ, ਉਨਾ ਚਿਰ ਵੀਰੋ ਨੂੰ ਡੋਬੂ ਪੈਂਦੇ ਰਹੇ। ਉਸਨੂੰ ਕਦੀ ਘਰ ਚੇਤੇ ਆਉਂਦਾ, ਕਦੀ ਬੱਚੇ, ਕਦੀ ਆਪਣੇ ਆਪ ਦਾ ਖਿਆਲ। ਉਹ ਉਸ ਵੇਲੇ ਨੂੰ ਪਛਤਾ ਰਹੀ ਸੀ ਜਿਸ ਵੇਲੇ ਉਸਨੇ ਨਾਲ ਤੁਰਨ ਦੀ ਹਾਂ ਕੀਤੀ। ਅੱਜ ਤੱਕ ਉਸਨੂੰ ਕਰਾੜਾਂ ਦੀ ਬਹਾਦਰੀ ਦਾ ਵੀ ਪਤਾ ਨਹੀਂ ਸੀ ਲੱਗਾ। ਸ਼ਰਨ, ਮੰਦਭਾਗਣੀ ਸ਼ਰਨੀ, ਜਿਸ ਨੂੰ ਦੁਨੀਆ ਦਾ ਉੱਕਾ ਹੀ ਕੋਈ ਗਿਆਨ ਨਹੀਂ ਸੀ, ਜੋ ਹੁਣ ਤੱਕ ਕੁਆਰੀਆਂ ਸੱਧਰਾਂ ਹਿੱਕ ਵਿੱਚ ਨੱਪੀ ਬੈਠੀ ਸੀ। ਉਸਨੂੰ ਆਪਣੇ ਪਰਾਏ ਦਾ ਗਿਆਨ ਹੀ ਨਹੀਂ ਸੀ। ਜਵਾਨੀ ਆਉਣ 'ਤੇ ਜਿਸ ਨੂੰ ਮਾਂ-ਬਾਪ ਨੇ ਬਾਹਰਲੀਆਂ ਦਲੀਜਾਂ ਤੋਂ ਬਾਹਰ ਨਹੀਂ ਸੀ ਜਾਣ ਦਿੱਤਾ, ਜਿਸ ਸ਼ਰਨੀ ਨੇ ਪਰਾਏ ਮਰਦ ਨਾਲ ਜ਼ਬਾਨ ਵੀ ਸਾਂਝੀ ਨਹੀਂ ਸੀ ਕੀਤੀ, ਉਹ ਸ਼ਰਨੀ ਅੱਜ ਇਕੱਲੀ ਜੰਗਲ ਵਿੱਚ ਬੈਠੀ ਸੀ। ਦਿਊਆਂ ਵਰਗੇ ਪਠਾਨ, ਜਿਨ੍ਹਾਂ ਦੀ ਸੂਰਤ ਦੇਖਦਿਆਂ ਭੈ ਆਉਂਦਾ ਸੀ, ਉਹਦੇ ਚੌਗਿਰਦ ਖਲੋਤੇ ਸਨ। ਬਘਿਆੜਾਂ ਨੂੰ ਦੇਖ ਕੇ ਉਹ ਭੈ-ਭੀਤ ਹੋ ਰਹੀ ਸੀ। ਡਰਦੇ ਹੋਏ ਨੇ ਉਹਦੀ ਕੁਆਰੀ ਆਤਮਾ ਉੱਤੇ ਇੰਨਾ ਭਾਰ ਪਾਇਆ ਸੀ ਕਿ ਉਹ ਨਾ ਬੋਲ ਸਕਦੀ ਸੀ ਤੇ ਨਾ ਉੱਚੀ ਰੋ ਸਕਦੀ ਸੀ। ਸਹਿਮ ਨੇ ਉਸਦੀਆਂ ਅੱਖਾਂ ਨੂੰ ਪਥਰਾ ਦਿੱਤਾ ਸੀ। ਦਿਲ ਦੀ ਧੜਕਣ ਇੰਨੀ ਤੇਜ਼ ਫੜੀ ਗਈ ਸੀ ਕਿ ਸਾਰੀ ਦੇਹ ਹੀ ਹਿੱਲ ਜਾਂਦੀ ਸੀ। ਡੋਲੀ ਦੀਆਂ ਬਾਹਾਂ ਫੜ ਕੇ ਉਹਦਾ ਦਿਲ ਰੋ ਰਿਹਾ ਸੀ। ਮਾਂ-ਬਾਪ ਨੂੰ ਚੇਤੇ ਕਰਕੇ ਤਾਂ ਹੀ ਮਾਰਦੀ ਰਹੀ। ਸ਼ਿਕਾਰੀਆਂ ਦੇ ਜਾਲ ਵਿੱਚ ਫਸੀ ਸ਼ਰਨੀ ਤੜਪ ਰਹੀ ਸੀ। ਤੜਪਦੀ ਹੋਈ ਉਹ ਇਹ ਵੀ ਖਿਆਲ ਕਰਦੀ ਸੀ, ਉਹ ਕੀ ਆਖੇ ਡਾਕੂਆਂ, ਪਠਾਣਾਂ, ਜੰਗਲੀਆਂ ਪਠਾਣਾਂ ਨੂੰ ਕੀ ਆਖੇ। ਕੀ ਇਹ ਲੋਕ ਕਿਸੇ ਇਸਤਰੀ ਦੇ ਤਰਲੇ ਸੁਣਦੇ ਨੇ? ਕੀ ਇਸਤਰੀ ਦੇ ਅੱਥਰੂ ਇਹਨਾਂ ਦੇ ਪੱਥਰ ਦਿਲ ਨੂੰ ਮੋਮ ਕਰ ਸਕਦੇ ਨੇ? ਕੀ ਮੈਂ ਮਾਂ-ਬਾਪ ਨੂੰ ਮੁੜ ਮਿਲ ਸਕਾਂਗੀ? ਇਹਨਾਂ ਸਾਰੇ ਸਵਾਲਾਂ ਦੇ ਉੱਤਰ ਇੱਕ ਸ਼ਬਦ ਨਹੀਂ ਵਿੱਚ ਸਨ। ਉਸਨੂੰ ਡੋਬੂ ਪੈਂਦੇ ਸਨ। ਵਾਯੂਮੰਡਲ ਠੰਡਾ ਹੋਣ 'ਤੇ ਵੀ ਉਹਦਾ ਸਾਰਾ ਤਨ ਮੁੜਕੇ ਨਾਲ ਭਿੱਜ ਗਿਆ ਸੀ। ਉਹਦੇ ਸੁਹਾਗ ਦੇ ਲਾਲ ਲੀੜਿਆਂ ਦਾ ਰੰਗ ਉੱਤਰ ਕੇ ਉਹਦੇ ਸਰੀਰ ਨੂੰ ਲਹੂ ਰੱਤੀ ਕਰੀ ਜਾਂਦਾ ਸੀ। ਉਸਨੇ ਘਬਰਾਹਟ ਨੂੰ ਦੂਰ ਕਰਨ ਵਾਸਤੇ 2-4 ਵਾਰ ਵੀਰੋ ਨੂੰ ਜੱਫੀਆਂ ਪਾਈਆਂ। ਜੱਫੀ ਨੂੰ ਘੁੱਟਦਿਆਂ ਹੋਇਆਂ ਸਿਰਫ 2 ਵਾਰ ਉਸਦੀ ਜ਼ਬਾਨੋਂ ਇਹ ਨਿਕਲਿਆ, ਚਾਚੀ, ਹੁਣ ਕੀ ਬਣੇਗਾ ਚਾਚੀ। ਵੀਰੋ ਕੀ ਕਰ ਸਕਦੀ ਸੀ? ਉਹ ਭੁੱਬੀ ਰੋ ਪਈ। ਇਸਤਰੀ ਦਾ ਰਾਖਾ ਆਪਣਾ ਮਰਦ ਹੁੰਦਾ ਹੈ। ਮਰਦ ਜਿਉਂਦੇ ਜੀ ਨੱਸ ਗਏ। ਜੇ ਉਹ ਮਰ ਜਾਂਦੇ ਤਾਂ ਉਹਨਾਂ ਨੂੰ ਸ਼ਾਇਦ ਦੁੱਖ ਘੱਟ ਹੁੰਦਾ। ਬਰਾਤ ਆਈ ਸੀ ਰਾਖੀ ਲਈ, ਪਰ ਰਾਖੀ ਕਰ ਨਾ ਸਕੀ। ਆਪਣੀ ਜਾਨ ਬਚਾ ਕੇ ਦੌੜ ਗਈ। ਸਾਰੇ ਬਰਾਤੀ ਨੱਸ ਗਏ। ਵੀਰਪਾਨ ਤੇ ਭੀਮਸੈਨ ਨੇ ਵੀ ਜਾਂਦਿਆਂ ਪਿੱਛੇ ਮੁੜ ਕੇ ਨਾ ਦੇਖਿਆ। ਉਹ ਜੁੱਤੀਆਂ ਪਿੱਛੇ ਛੱਡ ਗਏ। ਨੰਗੀ ਪੈਰੀਂ ਹੀ ਗੋਲੀ ਵਾਂਗ ਉੱਡੇ ਜਾ ਰਹੇ ਸਨ। ਉਹਨਾਂ ਦੀਆਂ ਪੱਗਾਂ ਤਾਂ ਪਹਿਲਾਂ ਹੀ ਡਾਕੂਆਂ ਨੇ ਖੋਹ ਲਈਆਂ ਹੋਈਆਂ ਸਨ। ਮੈਦਾਨ ਸਾਫ਼ ਦੇਖ ਕੇ ਡਾਕੂਆਂ ਨੂੰ ਖੁਸ਼ੀਆਂ ਆ ਗਈਆਂ। ਦੌਲਤ ਹੱਥ ਲੱਗਣ ਦੇ ਨਾਲ 2 ਇਸਤਰੀਆਂ ਵੀ ਹੱਥ ਆ ਗਈਆਂ। ਪੀਰਾਂ ਦੀਆਂ ਉਸਤਤਾਂ ਕਰਦੇ ਹੋਏ ਉਹ ਨੱਚ ਰਹੇ ਸਨ। ਚੱਲ ਕੋ ਕਾਫ ਦੀਏ ਪਰੀਏ ਚੱਲ,
ਇੱਕ ਡਾਕੂ ਨੇ ਸ਼ਰਨੀ ਦੇ ਡੋਲੇ ਨੂੰ ਫੜ ਕੇ ਡੋਲੀ ਵਿੱਚੋਂ ਖਿੱਚਿਆ। ਤੇਰਾ ਕੋਈ ਨਹੀਂ ਰਿਹਾ, ਅਸੀਂ ਤੇਰੇ ਹਾਂ। ਤੇਰਾ ਹੁਸਨ ਕਾਫਰਾਂ ਵਾਸਤੇ ਨਹੀਂ, ਖੁਦਾ ਨੇ ਸਾਡੇ ਵਾਸਤੇ ਬਣਾਇਆ ਹੈ। ਘਾਬਰ ਨਾ, ਤੈਨੂੰ ਕੁਝ ਨਹੀਂ ਆਖਦੇ, ਫੁੱਲਾਂ ਵਾਂਗ ਰੱਖਾਂਗੇ। ਚੁੱਪ-ਚਾਪ ਤੁਰੀ ਚੱਲ, ਜ਼ਿੱਦ ਨਹੀਂ ਕਰਨੀ। ਧਰਤੀ ਨਾਲ ਨਾ ਚੰਬੜੀ, ਨਹੀਂ ਤੇ ਘਸੀਟ ਕੇ ਜਾਂ ਚੁੱਕ ਕੇ ਲੈ ਜਾਵਾਂਗੇ। ਤੇਰਾ ਕੋਈ ਨਹੀਂ ਰਿਹਾ, ਆਖਰ ਹੁਣ ਤੂੰ ਜਾਣਾ ਵੀ ਕਿੱਥੇ ਹੈ? ਉੱਠ ਤੇ ਤੁਰ। ਵੀਰੂ ਤੇ ਸ਼ਰਨੀ ਨੂੰ ਦੌਲਤ ਦੇ ਨਾਲ ਹੀ ਪਠਾਨ ਅੱਗੇ ਲਾ ਕੇ ਲੈ ਤੁਰੇ। ਤਾਂ ਹੀ ਮਾਰਦੀਆਂ, ਭਗਵਾਨ ਨੂੰ ਯਾਦ ਕਰਦੀਆਂ ਉਹ ਅਬਲਾ ਜਾ ਰਹੀਆਂ ਸਨ। ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ।